प्रोग्राम गल्लां ते गीत दे विच आप सब दा बहुत-बहुत स्वागत। मैं हां रमन तौर। ਜ਼ਿੰਦਗੀ ਦੇ ਵਿੱਚ ਕੁਝ ਲੋਕ ਇੱਦਾਂ ਦੀ ਮਿਹਨਤ ਕਰਦੇ ਨੇ ਕਿ ਉਹ ਦੂਜਿਆਂ ਦੇ ਲਈ ਆਪਣੀ ਜ਼ਿੰਦਗੀ ਨੂੰ ਪ੍ਰੇਰਨਾ ਸਰੋਤ ਬਣਾ ਦਿੰਦੇ ਨੇ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਦੇ ਅਸੀਂ ਹਮੇਸ਼ਾ ਰੂਬਰੂ ਹੁੰਦੇ ਰਹਿੰਦੇ ਹਾਂ ਤੇ ਔਰ ਦੂਰਦਰਸ਼ਨ ਦੀ ਹਮੇਸ਼ਾ ਤੋਂ ਕੋਸ਼ਿਸ਼ ਹੁੰਦੀ ਹੈ ਕਿ ਉਹ ਲੋਕ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਆ ਔਰ ਬਹੁਪੱਖੀ ਸ਼ਖਸੀਅਤ ਬਣ ਕੇ ਉੱਭਰੇ ਨੇ ਤੇ ਆਪਣੀ ਜ਼ਿੰਦਗੀ ਨੂੰ ਹੋਰਨਾਂ ਦੇ ਲਈ ਪ੍ਰੇਰਨਾ ਸਰੋਤ ਬਣਾ ਦਿੱਤਾ ਕਿ ਜੇ ਜ਼ਿੰਦਗੀ 'ਚ ਕੁਝ ਬਣਨਾ ਹੋਵੇ ਤੇ ਇਹ ਪੇਸ਼ ਕੀਤਾ ਕਿ ਮਿਹਨਤ ਕਿਵੇਂ ਕਰੀਦੀ ਆ, ਅੱਗੇ ਕਿਵੇਂ ਵਧੀਦਾ ਔਰ ਬਹੁਪੱਖੀ ਸ਼ਖਸੀਅਤ ਹੋਣ ਦੇ ਬਾਵਜੂਦ ਵੀ ਕਿਸੇ ਇੱਕ ਚੀਜ਼ ਦੇ ਵਿੱਚ ਕਿੱਦਾਂ ਨਿਪੁੰਨ ਹੋ ਕੇ ਦੁਨੀਆ ਦੇ ਸਾਹਮਣੇ ਮਿਸਾਲ ਬਣੀਦਾ। ਸੋ ਇੱਦਾਂ ਦੀ ਇੱਕ ਸ਼ਖਸੀਅਤ ਦੇ ਨਾਲ ਅੱਜ ਗੱਲਬਾਤ ਕਰਾਂਗੇ, ਉਹਨਾਂ ਦੀ ਜ਼ਿੰਦਗੀ ਦੇ ਬਾਰੇ 'ਚ ਜਾਣਾਂਗੇ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਮਿਹਨਤ ਕਿਵੇਂ ਕਰਨੀ ਚਾਹੀਦੀ ਔਰ ਕਿਵੇਂ ਬਹੁਪੱਖੀ ਸ਼ਖਸੀਅਤ ਹੋਣ ਦੇ ਬਾਵਜੂਦ ਇੱਕ ਪਾਸਾ ਚੁਣ ਕੇ ਇੱਕ ਟੀਚਾ ਮਿੱਥ ਕੇ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਹੋਣਾ ਚਾਹੀਦਾ। ਸੋ ਅੱਜ ਮੇਰੇ ਨਾਲ ਜਿਹੜੀ ਸ਼ਖਸੀਅਤ ਬੈਠੇ ਨੇ ਜਿਨ੍ਹਾਂ ਦੇ ਬਾਰੇ 'ਚ ਗੱਲਬਾਤ ਕਰਾਂਗੇ ਉਹਨੇ ਜੀ ਸਰਦਾਰ ਸੁਖਰਾਜ ਸਿੰਘ ਜਿਹੜੇ ਕਿ IPS DGP ਦੇ ਤੌਰ 'ਤੇ ਰਿਟਾਇਰਡ ਹੋਏ ਨੇ ਔਰ ਆਪਣੀਆਂ ਸੇਵਾਵਾਂ ਜ਼ਿਆਦਾ ਸਮਾਂ ਮੱਧ ਪ੍ਰਦੇਸ਼ ਦੇ ਵਿੱਚ ਨਿਭਾਈਆਂ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਕਰਦੇ ਹਾਂ ਪਹਿਲਾਂ ਸਵਾਗਤ, ਬਹੁਤ ਬਹੁਤ ਸਵਾਗਤ ਸਰ। ਸਤਿ ਸ਼੍ਰੀ ਅਕਾਲ ਜੀ। ਗੁੱਡ ਮਾਰਨਿੰਗ ਜੀ ਰਮਨ ਜੀ। ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਦੂਰਦਰਸ਼ਨ ਕੇਂਦਰ ਦਾ ਜੀ ਤਹਿ ਦਿਲੋਂ ਤੋਂ ਸ਼ੁਕਰੀਆ ਅਦਾ ਕਰਦਾ ਹਾਂ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣੇ ਆਪ ਨੂੰ ਦੱਸ ਸਕਾਂ ਕਿ ਮੇਰੇ ਵਿੱਚ ਕੀ ਕਲਾ ਹੈ ਕੀ ਨਹੀਂ ਹੈ। ਜੀ ਅਸੀਂ ਤੁਹਾਡੇ ਨਾਲ ਪਹਿਲਾਂ ਗੱਲਬਾਤ ਕਰ ਰਹੇ ਸੀ ਤੇ ਪਤਾ ਲੱਗਿਆ ਕਿ ਤੁਸੀਂ ਬਹੁਪੱਖੀ ਸ਼ਖਸੀਅਤ ਹੋ, ਭਾਵੇਂ ਕਿ ਪ੍ਰਸ਼ਾਸਨਿਕ ਸੇਵਾਵਾਂ ਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਕੱਢੀ ਆ, ਪਰ ਉਸ ਤੋਂ ਪਹਿਲਾਂ ਵੀ ਬਹੁਤ ਸਾਰੇ ਪੱਖ ਹੈਗੇ ਤੁਹਾਡੀ ਸ਼ਖਸੀਅਤ ਦੇ। ਉਹਨਾਂ ਦੇ ਉੱਤੇ ਗੱਲ ਕਰਦੇ ਉਸ ਤੋਂ ਪਹਿਲਾਂ ਇਹ ਦੱਸੋ ਕਿ ਮੁੱਢਲੀ ਜ਼ਿੰਦਗੀ ਜਿਹੜੀ ਆ ਕਿੱਥੋਂ ਸ਼ੁਰੂ ਹੁੰਦੀ ਆ ਔਰ ਕਿਸ ਤਰੀਕੇ ਦੇ ਨਾਲ ਮਿਹਨਤ ਕੀਤੀ? ਰਮਨ ਜੀ, ਵੈਸੇ ਮੇਰਾ ਜੋ ਪਿੰਡ ਸੀਗਾ, ਪੁਰਾਣਾ ਪਿੰਡ ਸੀ, ਉਹ ਲਾਲੋਵਾਲ ਹੁਸੈਨਪੁਰ ਸੀਗਾ ਜੀ। काफ़ी रोड तो काफ़ी दूर था, 10 किलोमीटर दूर था जी। तो मेरे जो दादे पड़दादे थे उन्होंने ये सोचा कि हुण अगे आने वाले जो बच्चों को ये दिक्कत हो सकती है तो वो उत्थों उठ के फिर वो टांडे जी, टांडा जो जलंधर नाल अच्छा कनैक्ट था, पठानकोट नाल कनैक्ट था जी, तो टांडे के बाहर एक नवी बस्ती उन्होंने फिर दशमेश नगर दिता गया, वो फिर मेरे पुरखिया ने बसाया जी। ਤੇ ਉੱਥੋਂ ਮੇਰੀ ਸ਼ੁਰੂਆਤ ਹੁੰਦੀ ਆ ਜੀ। ਤੇ ਫਿਰ ਮੈਂ ਉੱਥੇ ਆਪਣੇ ਟਾਂਡੇ ਇੱਕ ਨਿੰਮ ਵਾਲਾ ਸਕੂਲ ਸੀਗਾ, ਪ੍ਰਾਇਮਰੀ ਸਕੂਲ ਸੀਗਾ, ਤਾਂ ਸਾਡੇ ਧਨ ਕੌਰ ਪ੍ਰਿੰਸੀਪਲ ਹੁਆ ਕਰਦੀ ਸੀ ਜਾਂ ਹੈਡ ਮਿਸਟਰਸ ਹੁਆ ਕਰਦੀ ਸੀ, ਬਹੁਤ ਸਖਤ ਸੁਭਾਅ ਦੀ ਸੀ ਜੀ। ਤੇ ਚੌਥੀ ਤੱਕ ਉਹਦੇ ਡੰਡੇ ਖਾਂਦੇ ਖਾਂਦੇ ਅਸੀਂ ਪੜ੍ਹੇ ਆ। ਫਿਰ ਉਹ ਤੋਂ ਬਾਅਦ ਅਸੀਂ ਅੱਗੇ ਚੱਲ ਗਏ ਆ ਗੌਰਮੈਂਟ ਸਕੂਲ ਟਾਂਡਾ ਜੀ। ਬਹੁਤ ਵੱਡਾ ਸਕੂਲ ਸੀਗਾ, ਮੇਰੇ ਖਿਆਲ ਸ਼ਾਇਦ ਪੰਜਾਬ 'ਚ ਉਹ ਦੂਸਰਾ ਤੀਸਰਾ ਵੱਡਾ ਸਕੂਲ ਆ ਉਹ ਏਰੀਆ ਵਾਈਜ਼ ਵੀ ਔਰ ਉਹ ਸਕੂਲ ਪਾਪੂਲੇਸ਼ਨ ਵਾਈਜ਼ ਵੀ ਜੀ। ਔਰ ਸ਼੍ਰੀ ਗਰਦਾਰੀ ਲਾਲ ਜੀ ਤਪਸਵੀ ਜੀ ਪ੍ਰਿੰਸੀਪਲ ਹੁਆ ਕਰਦੇ ਸੀ, ਬੜੇ ਸਖਤ ਸੁਭਾਅ ਦੇ ਸੀ। ਔਰ ਜਦੋਂ ਅਸੀਂ ਗਏ ਉਸ ਸਕੂਲ 'ਚ ਤਾਂ ਮੈਨੂੰ ਹੌਲੀ ਹੌਲੀ ਕਈ ਚੀਜ਼ਾਂ ਨੇ ਅਟਰੈਕਟ ਕੀਤਾ ਜੀ। ਮੈਨੂੰ ਡਰਾਇੰਗ ਨੇ ਬਹੁਤ ਅਟਰੈਕਟ ਕੀਤਾ ਜੋ ਫਿਰ ਮੈਂ ਬਾਅਦ ਜਾ ਕੇ ਅੱਛੀ ਪੇਂਟਿੰਗ ਬਣਾਉਣਾ ਸ਼ੁਰੂ ਕਰ ਦਿੱਤੀ। ਮੈਨੂੰ ਅੰਗਰੇਜ਼ੀ ਨੇ ਬੜਾ ਅਟਰੈਕਟ ਕੀਤਾ, ਅੰਗਰੇਜ਼ੀ ਮੈਂ ਸ਼ੁਰੂ 6ਵੀਂ 'ਚ ਸ਼ੁਰੂ ਹੋਈ ਸੀ ਜੀ। ਫਿਰ ਇੱਦਾਂ ਹੀ ਕਰਦਾ ਕਰਦਾ ਮੈਨੂੰ ਪੰਜਾਬੀ ਨੇ ਬੜਾ ਅਟਰੈਕਟ ਕੀਤਾ। ਫਿਰ ਮੈਂ ਹੌਲੇ ਹੌਲੇ ਉੱਥੋਂ 8ਵੀਂ ਪਾਸ ਕੀਤੀ ਜੀ। 8ਵੀਂ ਪਾਸ ਕੀਤੀ ਤਾਂ 8ਵੀਂ 'ਚ ਮੈਂ ਪਹਿਲੀ ਪੋਇਮ ਲਿਖੀ ਉਸੇ ਸਕੂਲ ਵਿੱਚ ਜੀ। ਔਰ ਮੈਨੂੰ ਹੁਣ ਵੀ ਯਾਦ ਆ ਕਿ ਕਿਹੜੇ ਬੈਂਚ ਤੇ ਲਿਖੀ, ਉਹ ਬੈਂਚ ਹਜੇ ਤੱਕ ਵੀ ਉੱਥੇ, ਹਜੇ ਤੱਕ ਉਹ ਹਟਿਆ ਨਹੀਂ ਬੈਂਚ ਦਾ। ਕੀ ਬਾਤ। ਹਾਂਜੀ ਜੀ। ਫਿਰ ਕਿਆ ਹੋਇਆ ਕਿ ਫਿਰ ਮੇਰੇ ਪੇਰੈਂਟਸ ਸਾਡੇ ਪਿੰਡ ਦੇ ਗਿਆਨੀ ਕਰਤਾਰ ਸਿੰਘ ਜੀ ਪੰਜਾਬੀ ਦੇ ਟੀਚਰ ਸੀ, ਉਹ ਸੀਗੇ DAV ਸਕੂਲ ਜੀ। तो उन्होंने मेरे फादर साहब रोड ਵਿੱਚ ਡਰਾਈਵਰ थे जी। तो अक्सर वो दिल्ली जम्मू चलते थे तो उन्होंने ਗਿਆਨੀ ਕਰਤਾਰ ਸਿੰਘ ने मेरे फादर साहब ਨੂੰ बोलिया कि यार मुंडा तेरा पढ़न ਨੂੰ ਚੰਗਾ ਆ जी। एक ਤਾਂ ਇਹਨੂੰ DAV ਸਕੂਲ ਲਗਾ ਦੇ जी, ਜਿੱਥੇ ਉਹ ਪੜਾਉਂਦੇ ਸੀਗੇ। ਫਿਰ ਇਹ ਟਾਂਡਾ ਬਾਈਪਾਸ ਦੇ ਉੱਤੇ DAV ਸਕੂਲ ਹੁੰਦਾ ਸੀ जी। तो मेरे पेरेंट्स ने ਉੱਥੇ ਮੈਨੂੰ ਪੜਾਉਣਾ ਲਗਾ ਦਿੱਤਾ। ਫਿਰ ਉੱਥੇ ਸਾਡੇ ਭਗਵਾਨ ਦਾਸ ਜੀ ਹੈਡਮਾਸਟਰ ਹੁੰਦੇ ਸੀ ਜਿਨ੍ਹਾਂ ਨੇ ਅਲਜਬਰਾ, ਜਿਓਮੈਟਰੀ, ਫਿਰ ਉਸ ਤੋਂ ਬਾਅਦ ਮੈਥੇਮੈਟਿਕਸ ਲਾਹੌਰ ਦੇ ਸੀ ਪੜ੍ਹੇ ਹੋਏ, ਮਲਹੋਤਰਾ ਲਿਖਦੇ ਸੀ ਪਿੱਛੇ, ਬਹੁਤ ਇੰਟੈਲੀਜੈਂਟ ਸੀ, ਬਹੁਤ ਬੁੱਕ, ਸਰਤਾਜ ਦੇ ਨਾਮ 'ਤੇ ਉਹਨਾਂ ਦੀ ਬਹੁਤ ਬੁੱਕ ਸੀ।
ਉਹਨਾਂ ਦੀ ਸ਼ਖਸੀਅਤ ਨੇ ਸਾਨੂੰ ਬਹੁਤ ਪ੍ਰਭਾਵਿਤ ਕੀਤਾ। ਚੰਗੇ ਬਹੁਤ ਸਖਤ ਸੀਗੇ। ਫਿਰ ਅਸੀਂ ਉੱਥੋਂ ਮੈਂ ਮੈਟ੍ਰਿਕ 'ਚੋਂ ਬਹੁਤ ਚੰਗੇ ਨੰਬਰ ਰਿਹਾ, ਹਾਕੀ ਖੇਡਦਾ ਰਿਹਾ। ਫਿਰ ਮੈਂ ਪਹਿਲੀ ਵਾਰ ਉੱਥੇ ਇਹ ਆਪਣੇ ਡਾਕਟਰ ਦਲਜੀਤ ਸਿੰਘ ਜੋ ਸੀਗੇ, ਜੋ ਬਹੁਤ ਆਈ ਸਪੈਸ਼ਲਿਸਟ ਥੇ, ਜੋ ਅੰਮ੍ਰਿਤਸਰ ਵਾਲੇ ਦੁਨੀਆ ਫੇਮ ਦੇ ਆ, ਤੋ ਉੱਥੇ ਆਈ ਆਪਰੇਸ਼ਨ ਕੈਂਪ ਲਗਾਉਂਦੇ ਹੁੰਦੇ ਸੀ ਸਾਲ 'ਚ ਇੱਕ ਵਾਰ। ਕਿੱਥੋਂ ਤੱਕ ਫਾਈਨਲੀ ਤੁਸੀਂ ਜਿਹੜੀ ਪੜ੍ਹਾਈ ਕੀਤੀ ਹੈ ਤੇ ਉਸ ਤੋਂ ਬਾਅਦ ਪ੍ਰਸ਼ਾਸਨਿਕ ਸੇਵਾਵਾਂ ਵੱਲ ਨੂੰ ਆਉਂਦੇ? ਮੈਂ ਬੇਸਿਕਲੀ ਮੈਂ MA B.Ed ਕੀਤਾ, MA ਇਨ ਪੋਲੀਟੀਕਲ ਸਾਇੰਸ ਫਰੋਮ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਜੀ। ਫਿਰ ਮੈਂ B.Ed ਕੀਤੀ ਆ ਗਵਰਨਮੈਂਟ ਕਾਲਜ ਫਾਰ ਐਜੂਕੇਸ਼ਨ ਜਲੰਧਰ। B.Ed ਕਰਕੇ ਪ੍ਰਸ਼ਾਸਨਿਕ ਸੇਵਾਵਾਂ ਵੱਲ ਕਿਵੇਂ? ਮੈਂ ਐਕਚੁਅਲੀ ਇਹ ਗੱਲ ਸੀ ਕਿ ਥੋੜਾ ਜਿਹਾ ਉਸ ਟਾਈਮ ਅਨਸਰਟਨਟੀ ਬੜੀ ਰਹਿੰਦੀ ਸੀ। ਇਹ ਹੁੰਦਾ ਸੀ ਕਿ ਚਲੋ B.Ed ਕਰ ਲਓ, ਕਿਸੇ ਸਕੂਲ 'ਚ ਲੱਗ ਜਾਵਾਂਗੇ, ਪੜ੍ਹਾਵਾਂਗੇ, ਤੇ ਇਸ ਕਰਕੇ ਫਿਰ ਮੈਂ B.Ed ਕੀਤੀ ਜੀ। ਫਿਰ ਜਿੱਦਾਂ ਮੈਂ MA ਬਾਅਦ ਵਿੱਚ ਕੀਤੀ, MA ਪਾਰਟ ਸੈਕੰਡ ਜਦੋਂ ਹੀ ਮੈਂ ਕੀਤਾ, ਫਿਰ ਮੈਨੂੰ ਨਿਕਲਦੇ ਆਈ ਆਡਿਟ ਆਫਿਸਰ ਦੀ ਮੇਰੀ ਜੌਬ ਮੇਰੀ ਲੱਗ ਗਈ ਚੰਡੀਗੜ੍ਹ ਜੀ। ਤੋ ਉਹਦੇ ਵਿੱਚ ਆਡਿਟ ਕਰਨਾ, ਇਹ ਕਰਨਾ। ਫਿਰ ਮੈਨੂੰ ਚੰਡੀਗੜ੍ਹ ਬਹੁਤ ਮਾਹੌਲ ਵਧੀਆ ਮਿਲਿਆ। ਮੈਂ ਕਿਹਾ ਕਿਉਂ ਨਾ ਯਾਰ ਇਹਦਾ ਫਾਇਦਾ ਉਠਾਇਆ ਜਾਵੇ ਜੀ। तो मैं खुद भी अच्छी जॉब ਤੇ सही, लेकिन मेरे जो बॉस ਸੀ ਉਹਨਾਂ ਨੂੰ ਮੈਂ ਕਿਹਾ ਸਰ देखिए मैं ਤਾਂ ਵੈਸੇ ਮੇਰੀ तो लालसा ਇਹ ਹੈ ਕਿ ਮੈਂ ਨਾ IAS ਬਣਾ ਜਾਂ IPS ਦੀ ਸੀ ਮੇਰੀ ਸ਼ੁਰੂ ਤੋਂ ਹੀ। ਜੀ ਜੀ। ਉਹ ਕਹਿੰਦੇ ਦੇਖ ਬੇਟਾ ਤੂੰ, ਮੈਂ ਤੈਨੂੰ ਪੁੱਛੂੰਗਾ ਨਹੀਂ ਜੀ, ਤੂੰ ਕੰਮ ਆਪਣਾ ਕਰਕੇ ਜਿੱਥੇ ਮਰਜੀ ਜਾ। ਮੈਂ ਸਵੇਰੇ ਜਾਣਾ 9 ਵਜੇ ਆਫਿਸ ਬੈਠ ਕੇ 12-1 ਵਜੇ ਤੱਕ ਕੰਮ ਕਰਕੇ ਮੈਂ ਉੱਥੋਂ ਸਿੱਧੀ 17 ਸੈਕਟਰ ਤੋਂ 14 ਨੰਬਰ ਬੱਸ ਫੜਨੀ ਔਰ ਮੈਂ ਲਾਇਬ੍ਰੇਰੀ ਚਲ ਜਾਣਾ ਪੰਜਾਬ ਯੂਨੀਵਰਸਿਟੀ 'ਚ। ਫਿਰ ਉੱਥੇ ਮੈਂ ਰਾਤ ਨੂੰ 12 ਵਜੇ ਤੱਕ ਪੜ੍ਹਦਾ ਹੁੰਦਾ ਸੀ। ਕਦੋਂ ਫਿਰ ਤੁਹਾਡਾ ਜਿਹੜੀ ਵੱਡੀ ਪੋਸਟ ਤੇ ਜਾਣਾ ਹੋਇਆ, ਖਾਸ ਕਰਕੇ ਮੱਧ ਪ੍ਰਦੇਸ਼ ਦੇ ਵਿੱਚ? ਮੈਂ ਪਹਿਲੀ ਵਾਰ 82 ਚ ਕੁਆਲੀਫਾਈ ਕੀਤਾ। ਉਦੋਂ ਕਿਆ ਸਿਸਟਮ ਬਦਲ ਗਿਆ ਸੀ, ਪ੍ਰੀ ਟੈਸਟ ਸ਼ੁਰੂ ਹੋ ਗਿਆ ਸੀ। ਪਹਿਲੇ ਤਾਂ ਡਾਇਰੈਕਟ ਆਪ ਲਿਖ ਸਕਦੇ ਸੀ, ਫਿਰ ਪਹਿਲੇ ਪ੍ਰੀ ਟੈਸਟ ਹੁੰਦਾ ਸੀ, ਉਹਦੇ ਵਿੱਚ ਕਈ ਲੱਖਾਂ ਲੋਕ ਪੈਂਦੇ, ਉਹਨਾਂ ਵਿੱਚੋਂ 10,000 ਲੈਂਦੇ ਸੀ। ਫਿਰ ਉਹ ਤੋਂ ਬਾਅਦ ਮੇਨ ਦਾ ਟੈਸਟ, ਫਿਰ ਇੰਟਰਵਿਊ ਜੀ। ਫਿਰ ਮੈਂ 82 ਵਿੱਚ ਜਦੋਂ ਐਗਜ਼ਾਮ ਦਿੱਤਾ तो 82 ਚ ਮੈਂ ਕੁਆਲੀਫਾਈ ਕਰ ਗਿਆ ਸੀਗਾ, ਪ੍ਰੀ ਵੀ ਔਰ ਮੇਨ ਵੀ, ਔਰ ਇੰਟਰਵਿਊ ਤੱਕ ਮੈਂ ਪਹੁੰਚਿਆ। ਔਰ ਫਿਰ ਇੰਟਰਵਿਊ ਵਿੱਚੋਂ ਮੇਰੇ ਥੋੜੇ ਮਾਰਕਸ ਘੱਟ ਆਏ ਜੀ। तो फिर मैं सोचा कि चलो कोई गल नहीं, मेहनत करते हैं। फिर नैक्सट ईयर मैं बहुत मेहनत की, मतलब इन्नी की कि तुम कभी सोच नहीं सकते जी। फिर उस बार फिर मैं मेरे रिटर्न के बहुत मार्क्स आए जी। फिर इंटरव्यू चो बहुत नंबर आए। फिर मैं उदो IPS ਤੁਸੀਂ ਫਿਰ ਸ਼ੁਰੂਆਤੀ ਦੌਰ ਦੇ ਵਿੱਚ ਹੀ ਮੱਧ ਪ੍ਰਦੇਸ਼ ਚਲੇ ਜਾਂਦੇ ਹੋ ਤੇ ਕੀ ਪ੍ਰਾਪਤੀਆਂ ਰਹੀਆਂ, ਕਿਵੇਂ ਦਾ ਸਫ਼ਰ ਰਿਹਾ ਤੁਹਾਡਾ ਇਹਨਾਂ ਇਹ ਸੇਵਾਵਾਂ ਨਿਭਾਉਣ ਦੇ ਦੌਰਾਨ? ਐਕਚੁਅਲੀ ਕੀ ਹੈ, ਜੋ ਸਾਨੂੰ ਕਾਡਰ ਅਲਾਟਮੈਂਟ ਆ ਸਟੇਟ ਕਾਉਂਸਲ ਮਿਲਦੀਆਂ, ਇਹ ਗਵਰਨਮੈਂਟ ਆਫ ਇੰਡੀਆ ਦਾ ਹੋਮ ਡਿਪਾਰਟਮੈਂਟ ਉਹ ਡਿਸਾਈਡ ਕਰਦਾ ਹੈ ਜੀ। ਤਾਂ ਮੈਨੂੰ ਮੱਧ ਪ੍ਰਦੇਸ਼ ਕਾਡਰ ਜਦੋਂ ਮਿਲਿਆ, ਮੱਧ ਪ੍ਰਦੇਸ਼ ਮੈਂ ਜਦੋਂ ਗਿਆ ਉੱਥੇ ਮੈਂ ਐਜ਼ ASP बिलासपुर था जी। और बिलासपुर पूरा ट्राइबल जिला था, बहुत ट्राइबल था। उन्होंने अलग अलग किस्म के कल्चर। और उतों मैं जिदा ही अपनी ट्रेनिंग खत्म करके मेरी पहली पोस्टिंग एज SP जी बस्तर हुई। बस्तर पंजाब नालों बड़ा जिला एक जी, 39,000 स्क्वेयर माइल्स वो सीगा जी। उत्थे नैक्सलाइट प्रॉब्लम थी जिदा मैं हैड बनया। चलो मैं उन्होंने बड़े चंगे ढंग नाल जिन्नी देर रहा निपटाया जी। निपटाउण तो बाद फिर मैनू दोबारा एज SSP उत्थे लगाया गया जी, क्योंकि पहले मैं बहुत वधिया काम किया सी। और फिर मैं उत्थे 3 साल एज SSP रहा जी। और बस्तर बहुत बड़ा ट्राइबल जिला है और ਉਹਦੇ ਵਿੱਚ ਅਲੱਗ-ਅਲੱਗ ਮੁੜੀਆ, ਮਾੜੀਆ, ਗੋਂਡ, ਭੀਲ, ਬਤਰਾ, ਇਹਨਾਂ ਦੀ ਅਲੱਗ-ਅਲੱਗ ਲੈਂਗੁਏਜ ਜੀ ਜੀ। ਉਹਨਾਂ ਦੀ ਆਪਣੀ ਬਿਊਟੀ, ਉਹਨਾਂ ਦੀ ਜੋ ਕਲਾਕਾਰੀ ਉਹ ਦੇਖ ਕੇ ਬੜਾ ਮਨ ਖੁਸ਼ ਹੁੰਦਾ ਸੀ ਜੀ। ਤੇ ਮੈਂ ਕੰਮ ਵੀ ਬਹੁਤ ਕੀਤਾ, ਤੋਂ ਇਹ ਕਲਚਰ ਨੂੰ ਵੀ ਬੜਾ ਜਾਣਨ ਦੀ ਕੋਸ਼ਿਸ਼ ਕੀਤੀ। ਤੇ ਮੈਂ ਫਿਰ ਨੈਕਸਲਾਈਟਾਂ ਨਾਲ ਵੀ ਕਾਫੀ ਉਹਨਾਂ ਨੂੰ ਵੀ ਜ਼ਿਆਦਾ ਤੁਸੀਂ ਦੱਸਿਆ ਕਿ ਬਹੁਤ ਚੁਣੌਤੀਆਂ ਭਰਿਆ ਤੁਹਾਡਾ ਸਫ਼ਰ ਰਿਹਾ ਤੇ ਬਿਨਾਂ ਸ਼ੱਕ ਇਹਨਾਂ ਚੁਣੌਤੀਆਂ ਦੇ ਲਈ ਇਨਾਮ ਜ਼ਰੂਰ ਮਿਲਿਆ ਹੋਊਗਾ ਜਦੋਂ ਇਹਨਾਂ ਚੁਣੌਤੀਆਂ ਨਿਪਟਿਆ। ਕੀ ਜਿਹੜੀਆਂ ਤੁਹਾਨੂੰ ਪ੍ਰਾਪਤੀਆਂ ਹੋਈਆਂ ਸਰਕਾਰ ਦੇ ਵੱਲੋਂ? ਕੀ ਹਾਂਜੀ, ਮੈਂ ਦੇਖੋ ਕਿ ਮੈਂ ਡਕੈਤੀ ਖੇਤਰ ਚ ਰਿਹਾ ਜੀ, ਬਤੌਰੇ DIG, डिप्टी इंस्पेक्टर जनरल ऑफ पुलिस सागर रेंज जी। 5 जिले थी मेरे पास
बॉर्डरिंग जिले सी अपने यूपी नाल, यूपी वाला थोड़ा एरिया ज़्यादा वो था। ते फिर मैनू 2002 ਵਿੱਚ जी ਪ੍ਰੈਜ਼ੀਡੈਂਟ ਨੇ ਮੈਰੀਟੋਰੀਅਸ ਸਰਵਿਸ ਲਈ ਮੈਨੂੰ ਉਹਨਾਂ ਨੇ ਅਵਾਰਡ ਕੀਤਾ जी ਕਿ ਤੁਹਾਡੀਆਂ ਸੇਵਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਤੁਹਾਨੂੰ ਮੈਰੀਟੋਰੀਅਸ ਸਰਵਿਸ ਦਾ ਜੋ ਮੈਡਲ ਦਿੱਤਾ ਜਾਂਦਾ ਹੈ। जी फिर हौली 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 फिर गवर्नमेंट ऑफ इंडिया ने कि आपने पीस और शांति ये कायम रखी है बस्तर च, बहुत चंगा काम किया। जी फिर मैनू गवर्नमेंट ऑफ इंडिया ने आंतरिक सुरक्षा सेवा पदक दिता जिन्हों इंटरनल सिक्योरिटी मैडल भी कहते हैं। जी फिर 2009 ਵਿੱਚ ਮੇਰੀਆਂ ਸੇਵਾਵਾਂ ਨੂੰ ਦੇਖਦੇ ਹੋਏ जी ਜਾਂ ਮੇਰੀ ਜੋ ਕੰਟਰੀਬਿਊਸ਼ਨ ਨੂੰ ਦੇਖਦੇ ਹੋਏ ਪੁਲਿਸ ਦੀ, ਫਿਰ ਪ੍ਰੈਜ਼ੀਡੈਂਟ ਸਾਹਿਬ ਨੇ ਮੈਨੂੰ ਆਪਣੇ ਡਿਸਟਿੰਗੁਇਸ਼ ਸਰਵਿਸ जी ਵਾਲਾ ਮੈਨੂੰ ਵਿਸ਼ਿਸ਼ਟ ਸੇਵਾ ਮੈਡਲ ਦਿੱਤਾ। ਤੋ ਇਹ ਮੇਰੀਆਂ ਦੀਆਂ ਕਾਰਗੁਜ਼ਾਰੀਆਂ, ਵੈਸੇ ਤਾਂ ਇਨਾਮ ਤਾਂ ਬਹੁਤ ਮਿਲਦੇ ਰਹੇ, ਵੈਸੇ ਤਾਂ ਮੈਂ ਐਥਲੀਟ ਸਾਂ, ਉੱਥੋਂ ਹੀ ਸ਼ੁਰੂ ਹੋ ਗਏ ਸੀ ਇਨਾਮ। ਮੈਂ ਉਸ ਚੀਜ਼ ਵੱਲ ਵੀ ਆਉਣਾ ਚਾਹੁੰਦੀ ਸੀ ਕਿ ਤੁਸੀਂ ਦੱਸਦੇ ਸੀਗੇ ਕਿ ਸਕੂਲ ਕਾਲਜ ਦੇ ਵੇਲੇ ਤੋਂ ਹੀ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਭਾਗ ਲਿਆ, ਚਾਹੇ ਉਹ ਕਲਚਰ ਐਕਟੀਵਿਟੀਜ਼ ਹੋਣ, ਚਾਹੇ ਖੇਡਾਂ, ਔਰ ਖੇਡਾਂ ਦੇ ਵਿੱਚ ਹਾਕੀ ਦਾ ਕਾਫੀ ਅਹਿਮ ਯੋਗਦਾਨ ਰਿਹਾ। ਖੇਡਾਂ ਵੱਲ ਕਿਵੇਂ ਆਉਣਾ ਹੋਇਆ ਤੇ ਇਹਦੇ ਵਿੱਚ ਅੱਗੇ ਕਿਉਂ ਨਹੀਂ ਗਏ, ਜਾਂ ਫਿਰ ਇਹਨਾਂ ਦੇ ਜ਼ਰੀਏ ਹੋ ਕੇ ਤੁਸੀਂ ਪੁਲਿਸ 'ਚ ਗਏ? ਮੈਂ ਦੇਖੋ ਜਦੋਂ ਟਾਂਡੇ ਕਾਲਜ ਸੀਗਾ, ਟਾਂਡੇ ਕਾਲਜ ਵਿੱਚ ਮੈਂ ਹਾਕੀ ਖੇਡਦਾ ਸੀ, ਸਾਥ 'ਚ ਐਥਲੈਟਿਕ ਵਿੱਚ ਮੇਰਾ 800 ਮਤਲਬ ਹਾਫ ਮਾਈਲ ਉਹ ਇਵੈਂਟ ਸੀਗਾ ਤੇ 1500 ਸੀਗਾ ਜੀ। ਤੇ ਫਿਰ ਨਾਲ ਹੀ ਮੈਂ ਕਲਚਰ ਐਕਟੀਵਿਟੀਜ਼ ਵੀ ਭਾਗ ਲੈਣਾ ਸੀ, ਔਰ ਮੇਰੇ ਨਾਲ ਕਾਫੀ ਲੋਕ ਸੀਗੇ ਜੀ। ਮੈਂ ਇੱਕ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ, ਸ਼ਾਮ ਕੌਸ਼ਲ ਸੀਗੇ, ਮੇਰੇ ਚੰਗੇ ਦੋਸਤ ਸੀ। ਅੱਜ ਉਹ ਬੰਬੇ ਵਿੱਚ ਫਾਈਟ ਡਾਇਰੈਕਟਰ ਹੈ, ਉਹਨਾਂ ਦਾ ਮੁੰਡਾ ਵਿੱਕੀ ਕੌਸ਼ਲ ਜੋ ਹੈ, ਜੋ ਅਭੀ ਹੁਣ ਪਿਕਚਰੋਂ ਚ ਆ ਰਿਹਾ, ਉਹ ਅਸੀਂ ਇਕੱਠੇ ਲਗੋਟੀਆਂ ਜਾਂਦੇ ਸੀ, ਅਸੀਂ ਡਰਾਮਿਆਂ 'ਚ ਭਾਗ ਲੈਣੇ ਹੁੰਦੇ ਸੀ ਟਾਂਡੇ ਕਾਲਜ 'ਚ ਜੀ। ਤੇ ਟਾਂਡੇ ਕਾਲਜ ਦਾ ਮੈਂ ਬੈਸਟ ਐਥਲੀਟ ਵੀ ਰਿਹਾ, ਮੈਂ ਪੜ੍ਹਨ 'ਚ ਵੀ ਉਨਾ ਹੀ ਹੁਸ਼ਿਆਰ ਸੀਗਾ ਜੀ। ਮੈਂ ਇੱਥੇ ਖੈਰ ਇੱਥੋਂ ਤੱਕ ਕਿ ਮੇਰੀਆਂ ਜੋ ਕਾਪੀਆਂ ਜੋ ਮੈਂ ਨੋਟ ਬਣਾਉਣਾ ਹੁੰਦਾ ਸੀ, ਉਹ ਮੇਰੇ ਜੋ HOD ਉਹ ਵੀ ਪੜ੍ਹਦੇ ਹੁੰਦੇ ਸੀ ਕਿ ਯਾਰ ਤੂੰ ਕਿੱਦਾਂ ਦੇ ਮੋਤੀ ਪਰੋਣਾ, ਕਿੱਦਾਂ ਦੇ ਤੂੰ ਲੈਂਗੁਏਜ ਲਿਖਦਾ ਜੀ। ਮੈਂ ਅੰਗਰੇਜ਼ੀ 'ਚੋਂ ਵੀ ਉਨਾ ਹੀ ਵਧੀਆ ਹੁੰਦਾ ਸੀ, ਔਰ ਪੰਜਾਬੀ 'ਚ ਵੀ ਉਨਾ ਹੀ ਵਧੀਆ ਹੁੰਦਾ ਸੀਗਾ ਜੀ। ਜਦੋਂ ਮੇਰੇ BA ਪਾਰਟ ਸੈਕੰਡ ਦੇ एग्जाम थे तो जो निगरानी करने वाला प्रोफैसर सी, मैनू पता नहीं लगा, वो मेरे पास 15 मिनट खड़ा रहा, मैं नहीं देखा। मैं अंग्रेजी दी एक पोएम लिख रहा था, जॉन कीट दी सी, लव एंड डैमसन मर्सी, इट्स जॉन कीट अंग्रेजी पोएट, रोमांटिक पोएट सी जी। तो मैं लिख रहा सी पोएम, तो 15 मिनट मेरे जो मैं देखा तो कहता बेटा यार बहुत अच्छा तू लिख रहा, तो तू PCS बनूंगा, है ना। ਇੱਕ ਉਹ ਕਹਿ ਸਕਦੇ ਕਿ ਉੱਥੋਂ ਇੱਕ ਆਸ਼ੀਰਵਾਦ ਜਿਹੜਾ ਉਹ ਮਿਲ ਜਾਂਦਾ ਹੈ। ਹਾਂ ਮੈਨੂੰ ਤੁਸੀਂ ਖੇਡਾਂ ਦਾ ਜ਼ਿਕਰ ਕਰ ਰਹੇ ਸੀ, ਖੇਡਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਤੁਸੀਂ ਕਿਹਾ ਕਿ ਰਿਕਾਰਡ ਬਣਾਏ ਆ ਜਿਹੜੇ ਅਜੇ ਤੱਕ ਟੁੱਟੇ ਨਹੀਂ, ਉਹ ਜ਼ਰੂਰ ਦੱਸੋ ਕਿ ਕਾਹਦੇ ਵਿੱਚ ਤੁਸੀਂ ਰਿਕਾਰਡ ਬਣਾਏ ਜਿਹੜੇ ਹਜੇ ਤੱਕ ਨਹੀਂ ਟੁੱਟ ਸਕੇ? ਮੈਂ ਤੁਹਾਨੂੰ ਦੱਸਦਾ ਆ ਜੀ ਕਿ ਜਦੋਂ ਮੈਂ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਸੀਗਾ, ਉਦੋਂ ਮੈਂ ਸਪੋਰਟਸ ਵਿੰਗ 'ਚ ਹੁੰਦਾ ਸੀਗਾ, ਤੇ ਅਸੀਂ ਸਪੋਰਟਸ ਕਰਦੇ ਸੀ, ਸਾਨੂੰ ਸਾਰਾ ਖਾਣਾ ਪੀਣਾ ਹੋਸਟਲ ਸਭ ਫ੍ਰੀ ਹੁੰਦਾ ਸੀਗਾ, ਗਵਰਨਮੈਂਟ ਦਿੰਦੀ ਸੀ। ਤੇ ਸਾਡਾ ਪੰਜਾਬ ਯੂਨੀਵਰਸਿਟੀ 'ਚ ਅੱਜ ਵੀ ਸਾਡਾ 800 ਮੀਟਰ ਰਿਲੇ, 1500 ਮੀਟਰ ਰਿਲੇ, 400 ਮੀਟਰ ਰਿਲੇ, ਇਹਦੇ ਅੱਜ ਵੀ ਰਿਕਾਰਡ ਨਹੀਂ ਟੁੱਟੇ, ਤੇ ਅੱਜ ਵੀ ਉਹ ਰਿਕਾਰਡ ਕਾਇਮ ਆ, ਔਰ ਮੇਰੇ ਪਾਸ ਅੱਜ ਵੀ ਉਹ 골ਡ ਮੈਡਲ ਹੈ ਸਾਰੇ ਜੀ। ਤੇ ਬਹੁਤ ਮਿਹਨਤ ਕਰਦੇ ਹੁੰਦੇ ਸੀ ਉਦੋਂ। ਤੁਸੀਂ ਇਸ ਲੇਖਕ ਵੀ ਹੋ, ਤੁਸੀਂ ਬਹੁਤ ਸਾਰੀਆਂ ਜਿਹੜੀਆਂ ਕਿਤਾਬਾਂ ਵੀ ਲਿਖੀਆਂ, ਔਰ ਕੁਝ ਜਿਹੜੀਆਂ ਕਿਤਾਬਾਂ ਛਪਾਈ ਅਧੀਨ ਹੈਗੀਆਂ। ਲੇਖਕ ਇੱਕ ਹੋਣਾ, ਕਿਉਂਕਿ ਬਿਨਾਂ ਸ਼ੱਕ ਲੇਖਣੀ ਦੀ ਜਿਹੜੀ ਚਿਣਗ ਉਹ ਬਹੁਤ ਬਾਅਦ 'ਚ ਤਾਂ ਲੱਗੀ ਨਹੀਂ ਹੋਊਗੀ। ਤੁਸੀਂ ਜ਼ਿਕਰ ਕੀਤਾ ਕਿ ਸਕੂਲ ਦੇ ਦੌਰਾਨ, ਕਾਲਜ ਦੇ ਦੌਰਾਨ ਤੁਸੀਂ ਲਿਖਦੇ ਵੀ ਹੁੰਦੇ ਸੀ, ਫਿਰ ਇੱਕ ਲੇਖਕ ਹੋਣਾ ਬਿਲਕੁਲ ਹੀ ਸੂਖਮ ਕਲਾ, ਕੋਮਲ ਕਲਾ ਕਹਿ ਸਕਦੇ, ਦੂਜੇ ਪਾਸੇ ਇੱਕ ਪੁਲਿਸ ਆਫੀਸਰ ਹੋਣਾ ਜਿਹਨੇ ਬਹੁਤ ਕਹਿ ਸਕਦੇ ਕਿ ਚੁਣੌਤੀਪੂਰਨ ਜਗ੍ਹਾਵਾਂ ਦੇ ਉੱਤੇ ਕੰਮ ਕੀਤਾ। ਇਹ ਦੋਨੋਂ ਚੀਜ਼ਾਂ ਕਿਵੇਂ, ਔਰ ਲੇਖਣੀ ਵੱਲ ਕਿਵੇਂ ਆਉਣਾ ਹੋਇਆ? ਕਿਉਂਕਿ ਤੁਹਾਡੀਆਂ ਕਿਤਾਬਾਂ ਛਪ ਚੁੱਕੀਆਂ ਤੇ ਬਿਨਾਂ ਸ਼ੱਕ ਕਹਿ ਸਕਦੇ ਹਾਂ ਕਿ ਇੱਕ ਪ੍ਰੋਪਰ ਲੇਖਕ ਜਿਹੜੇ ਤੁਸੀਂ ਹੈਗੇ ਹੋ, ਇੱਧਰ ਆਉਣਾ ਕਿਵੇਂ? ਮੈਂ ਤੁਹਾਨੂੰ ਦੱਸਦਾ ਕਿ ਜਦੋਂ ਇਹ ਪਿਕਚਰ ਨਾਨਕ ਨਾਮ ਜਹਾਜ਼ ਬਣੀ ਸੀ, ਉਦੋਂ ਇਹ ਜੋ ਆਪਣਾ
मित्र प्यारे ਨੂੰ जो अपना शब्द शब्द ਵਿੱਚ था है जी जी अपने गुरु गोबिंद सिंह जी के द्वारा लिखा गया था, जी जी मोहम्मद रफ़ी साहब ने गाया सी। अच्छा वो राग भैरवी चा, जी और जो राग भैरवी है वो बिरहों का राग है। अच्छा उस लेखनी ने और उस ट्यून ने जी मेरे दिलो दिमाग ते बहुत असर किया, जी इन्ना असर किया जी कि मैं हौली हौली मैं पोइट्री वाल खिंचा गया। फिर मैं जिद्दां ही प्री यूनीवर्सिटी च गया, जी मैनू जॉन कीट, पीवी शैले, फिर अपने HW लॉन्ग फेलो, फिर ये रविंद्रनाथ टैगोर दी वेयर दी माइंड इज विदाउट फियर गीतांजलि वाली पोएम, जी ये फिर अपने डैफोडिल्स अपने विलियम वर्ड्सवर्थ थी। और ये मैनू इन्नियां मेरे ना गले च उतर गई, मेरे दिमाग च उतर गई कि मैं क्या यार ये तो कोई अलग ही चीज़ है, एक अलग ही मतलब लय है जो मतलब। फिर उस तो बाद क्या होया कि पंजाबी भी मेरा सब्जेक्ट सी जी पंजाबी जो मैं बुੱਲੇ शाह ਨੂੰ ਪੜਿਆ, ਜਦੋਂ ਸ਼ਾਹ ਹੁਸੈਨ ਨੂੰ ਪੜਿਆ ਮਨ ਅਟ ਗਿਆ ਬੇਪਰਵਾਹ ਦੇ ਨਾਲ, ਉਸ ਦੀਨ ਦੁਨੀ ਦੇ ਸ਼ਾਹ ਦੇ ਨਾਲ ਹੈ ਨਾ जी ਫਿਰ ਬੁੱਲੇ ਸ਼ਾਹ ਨੂੰ ਮੈਂ ਬਹੁਤ ਪੜਿਆ, ਜੀ। ਫਿਰ ਗੁਲਾਮ ਫਰੀਦ ਨੂੰ ਬਹੁਤ ਪੜਿਆ, ਸ਼ੇਖ ਫਰੀਦ ਨੂੰ, ਉਹਦੇ ਦੋ ਰਾਗ, ਇੱਕ ਆਸਾ ਇੱਕ ਰਾਗ ਸੂਹੀ ਵਿੱਚ, ਜੀ। ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਕੀ ਵੇਲਾ। ਇਹ ਚੀਜ਼ਾਂ ਨੇ ਮੇਰੇ ਫਿਰ ਗੁਰਬਾਣੀ ਨੇ ਬਹੁਤ ਅਸਰ ਕੀਤਾ। ਆਪਣੀ ਆਪਣੇ ਗੁਰੂ ਨਾਨਕ ਦੇਵ ਜੀ ਦੀ ਜੋ ਜਪਜੀ ਸਾਹਿਬ, ਇਹਦੇ ਵਿੱਚ ਜੋ ਬਿਰਹੋਂ ਦੀ ਟੋਨ ਹੈ, ਰਾਮਕਲੀ ਰਾਗ ਹੈ, ਇਹਨਾਂ ਨੇ ਮੇਰੇ ਤੇ ਬੜਾ ਅਸਰ ਕਰਨਾ ਸ਼ੁਰੂ ਕੀਤਾ। जी मैं अपने सरूर ਵਿੱਚ ਆਪਣੀ ਮਸਤੀ ਵਿੱਚ ਆਪਣੀ ਕੁਮਾਰੀ ਵਿੱਚ ਘੁੰਮਦਾ ਹੁੰਦਾ ਸੀ ਕਾਲਜ ਵੀ, ਹੈ ਨਾ। ਲੋਕ ਬਹੁਤ ਕਹਿੰਦੇ ਸੁੱਖੀ ਜਾਂਦਾ, ਮੈਨੂੰ ਸਕਰਾਜ ਨਹੀਂ ਬੋਲਦਾ ਜੀ, ਕਹਿੰਦੇ ਸੁੱਖੀ ਜਾਂਦਾ। जी ਫਿਰ ਮੈਂ ਥੋੜਾ ਥੋੜਾ ਸੂਫੀਆਨਾ ਵੱਲ ਆ ਗਿਆ, जी ਫਿਰ ਮੈਂ ਸੂਫੀ ਨੂੰ ਟੱਚ ਕੀਤਾ। मैं जरूर चाहूंगी कि तुसी गल करदे दौरान अपनी कविता जरूर कढ लो, हाँ क्योंकि जी। असी इस सवाल के जवाब तो बाद जिहड़ी कविता जरूर कोई ना कोई तुहाडे कोलों सुनांगे। हाँ जी हाँ जी जी। ਤੇ ਉਹ ਫਿਰ ਕਿਆ ਹੋਇਆ ਕਿ ਮੈਨੂੰ ਇਹ ਪੋਇਟਾਂ ਨੇ ਬੜਾ ਪ੍ਰਭਾਵਿਤ ਕੀਤਾ। ਇਹ ਤੋਂ ਬਾਅਦ ਫਿਰ ਮੈਂ ਕਈ ਚੀਜ਼ਾਂ ਸੋਚੀਆਂ ਆਪਣੀ जी ਲਾਈਫ ਦੇ ਬਾਰੇ ਕਿ ਪੜ੍ਹਨਾ ਵੀ ਹੈ, खेडना भी और है खेडना भी आ, ते लिखना भी है। लिखना भी है। मेरी जी। एक बड़ी सोच जोड़ी है ना, हाँ। एक बड़ी पॉजिटिव सोच हो गई। जी फिर मेरा जो पिंड सीगा, मेरा पिंड गड्डी दी लाइन दे उत्ते आ, जी बिल्कुल। जी। तो आपां पढ़ने उत्थे जांदे सीगे, जी ਉਹ ਜਿੱਥੇ ਪੜ੍ਹਨੇ ਜਾਂਦੇ ਉਹ ਜੋ ਗੱਡੀ ਉੱਥੋਂ ਨਿਕਲਦੀ ਸੀ, ਹਾਂ। ਉਹ ਤੇ ਮੇਰਾ ਉਹ ਗੱਡੀ ਤੇ ਮੇਰਾ ਬਸ ਉਹ ਜੋ ਚੱਲਦੀ ਸੀ ਉਹਦਾ ਬੜਾ ਅਸਰ ਹੁੰਦਾ ਸੀਗਾ। ਫਿਰ ਮੈਂ ਗੱਡੀ ਉੱਤੇ ਵੀ ਕਈ ਪੋਇਮਾਂ ਵੈਸੇ ਬਾਅਦ ਮੈਨੂੰ ਇਸੇ ਲਈ ਹੈਰਾਨੀ ਹੋਈ ਕਿਉਂਕਿ ਇੱਕ ਪੁਲਿਸ ਆਫੀਸਰ ਹੋਣਾ ਔਰ ਬਹੁਤ ਸਟ੍ਰਿਕਨੈਸ ਹੁੰਦੀ ਆ, ਇੱਕ ਬੜਾ ਰੋਬ-ਦਾਬ ਹੁੰਦਾ, ਤੇ ਜਿਹੜੇ ਲੇਖਕ ਹੁੰਦੇ ਉਹ ਬਹੁਤ ਮਸਤ ਮੌਲਾ ਜੇ ਤੇ ਇੱਕ ਆਪਣੀ ਰਵਾਨਗੀ, ਇੱਕ ਆਪਣੀ ਲੈ ਦੇ ਵਿੱਚ ਰਹਿੰਦੇ। ਸੋ ਇਹਨਾਂ ਦੋਨਾਂ ਚੀਜ਼ਾਂ ਦਾ ਕੰਬੀਨੇਸ਼ਨ ਜਿਹੜਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਅੱਜ ਦੇਖਣ ਨੂੰ ਮਿਲ ਰਿਹਾ। ਕਵਿਤਾ ਜ਼ਰੂਰ ਇੱਕ ਹੋ ਜਾਵੇ ਸਰ ਤੁਹਾਡੀ ਲਿਖੀ ਹੋਈ। ਹਾਂ ਮੈਂ ਕਵਿਤਾ ਵੀ ਸੁਣਾਉਣਾ, ਪਰ ਮੈਂ ਨਾ ਜਿੱਥੇ ਮੇਰਾ ਕੰਮ ਸੀਗਾ ਜੀ ਮੈਂ ਜਿੱਥੇ ਰੋਬ-ਦਾਬ ਰੱਖਣੇ ਵਾਲੀ ਚੀਜ਼ ਉੱਥੇ ਰੱਖਣੀ। ਕਿਉਂ ਕਿਆ ਹੈ ਜੀ ਜਦੋਂ ਮੈਂ DGP ਥਾ ਤਾਂ ਬਹੁਤ ਤਕਰੀਬਨ 1.5-2 ਲੱਖ ਫੋਰਸ ਨੂੰ ਕਿੱਦਾਂ ਉਹ ਤਾਂ ਸਭ ਚੀਜ਼ਾਂ ਮੈਂ ਇਸੇ ਚੀਜ਼ ਲਈ ਹਾਂਜੀ ਜੀ ਸੋਚਣਾ ਪੈਂਦਾ ਹੈ। ਤੇ ਪਰ ਮੈਂ ਪੁਲਿਸ ਵਾਲਿਆਂ ਦੀ ਇੰਨੀ ਵੈਲਫੇਅਰ ਕੀਤੀ ਆ ਜੀ। ਮੈਂ ਈਵਨ ਆਪਣਾ ਮੇਰਾ ਅਗਰ ਚਾਲਕ ਸਾ ਡਰਾਈਵਰ ਆ ਉਹਦੇ ਘਰ ਵੀ ਜਾ ਕੇ ਮੈਂ ਖਾਣਾ ਖਾਦਾ, ਉਹਨਾਂ ਦੇ ਬੱਚਿਆਂ ਦੀ ਸ਼ਾਦੀਆਂ ਤੇ ਮੈਂ ਗਿਆ ਆ ਜੀ। ਮਤਲਬ ਡਾਊਨ ਟੂ ਅਰਥ ਕਾਂਸਟੇਬਲ ਤਾਂ ਜਿੰਨੀ ਮੇਰੀ ਮਦਦ ਕਰ ਸਕਦਾ ਅੱਜ ਵੀ ਕਰ ਰਿਹਾ ਮੈਂ। ਤੇ ਮੈਂ ਇਹ ਦੋਨਾਂ ਵਿੱਚ ਤਵਾਜ਼ਨ ਇੱਕ ਬਣਾ ਪਾਇਆ ਇਸੇ ਚੱਕਰ ਲਈ। ਬਿਲਕੁਲ ਜੀ ਬਿਲਕੁਲ। ਤੇ ਮੈਂ ਤੁਹਾਨੂੰ ਆਪਣੀ ਇਹ ਜੋ ਮੇਰੀ ਜ਼ਿੰਦਗੀ ਦੇ ਰੰਗ ਜੋ ਮੇਰੀ ਕਿਤਾਬ ਆਈ ਆ ਉਹਦੀ ਪਹਿਲੀ ਪੋਇਮ ਉਹ ਮੈਂ ਥੋੜਾ ਰਾਗ ਮਾਲਕੌਂਸਾ ਹੈ। ਇਹ ਰਾਗ ਕਹਿੰਦੇ ਕਿ ਇਹ ਕਿੰਗ ਆਫ ਆਲ ਰਾਗਾਜ਼ ਆ, ਕਿਉਂਕਿ ਮਾਲਕੌਂਸ ਦਾ ਕੋਈ ਟਾਈਮ ਨਹੀਂ ਹੁੰਦਾ, ਬਾਕੀ ਸਭ ਰਾਗਾਂ ਦਾ ਟਾਈਮ ਹੁੰਦਾ, ਪੈਰ ਹੁੰਦੇ, ਇਹ ਪੈਰ ਚ ਗਾਇਆ ਜਾਏਗਾ, ਇਹ ਪੈਰ ਚ, पर ਇਹਦਾ कोई टाइम नहीं, इट्स किंग ऑफ ऑल रागास जी जरूर। तो असर है मेरी जो कविता का नाम ओ पत्थर है, ओ पत्थर है, ओ पत्थर है, पत्थर ते कोई
ਅਸਰ ਨਹੀਂ ਹੁੰਦਾ, ਉਹ ਪੱਥਰ ਹੈ। ਜਾਣਦਾ ਜਾਣਦਾ ਹਾਂ ਮੈਂ, ਜਾਣਦਾ ਹਾਂ ਮੈਂ, ਜਾਣਦਾ ਹਾਂ ਮੈਂ। क्या बात है, क्या बात है। ਤੋ ਇਹ ਚੀਜ਼ਾਂ ਜਿਹੜੀ ਆ, ਇਹ ਮਿਊਜ਼ਿਕ ਦਾ ਵੀ ਇਦਾਂ ਹੀ ਮੇਰੇ 'ਚ ਹੌਲੀ ਹੌਲੀ ਆਇਆ ਤੇ ਬਸ ਫਿਰ ਦੇਖੋ ਇਹ ਕਿਤਾਬ ਆ ਗਈ ਹੌਲੀ ਹੌਲੀ ਕਰਕੇ। ਇਸੇ ਮੈਂ ਪੁਲਿਸ ਦੀ ਜੌਬ ਦੇ ਬਾਰੇ 'ਚ ਜ਼ਰੂਰ ਜਿਹੜੀਆਂ ਗੱਲ ਕਰਨਾ ਚਾਹੁੰਦੀ ਹਾਂ, ਕਿਉਂਕਿ ਇਹ ਇੱਕ ਅਲੱਗ ਹੀ ਕਹਿ ਸਕਦੇ ਹਾਂ ਕਿ ਜ਼ਿੰਦਗੀ, ਔਰ ਜਿਹੜੀ ਇੱਕ ਲੇਖਕ ਹੋਣਾ, ਇੱਕ ਗਾਇਕ ਹੋਣਾ, ਔਰ ਤੁਸੀਂ ਦੱਸਿਆ ਕਿ ਤੁਸੀਂ ਕਾਲਜ ਦੇ ਵੇਲੇ 'ਚ ਬੈਸਟ ਜਿਹੜੇ ਆ ਭੰਗੜਾ ਪਲੇਅਰ ਰਹੇ ਆ, ਉਹ ਸਾਰੀਆਂ ਚੀਜ਼ਾਂ ਅਲੱਗ। ਇਸ ਚੀਜ਼ ਦਾ ਇੱਕ ਆਪਣਾ ਹੀ ਹੁੰਦਾ ਕਿ ਜਦੋਂ ਤੁਸੀਂ ਰਿਟਾਇਰ ਹੋ ਜਾਂਦੇ ਹੋ, ਜਦੋਂ ਤੁਸੀਂ ਘਰੇ ਬੈਠਦੇ ਹੋ, ਫਿਰ ਤੁਸੀਂ ਪਿੱਛੇ ਮੁੜ ਕੇ ਦੇਖਦੇ ਆ ਤੇ ਆਪਣੇ ਆਪ ਤੇ ਗਰਵ ਮਹਿਸੂਸ ਹੁੰਦਾ ਕਿ ਮੈਂ ਕਿਹੜੇ ਕਿਹੜੇ ਹਾਲਾਤਾਂ 'ਚ ਕਿੱਥੇ ਕਿੱਥੇ ਕੰਮ ਕੀਤਾ। ਉਹ ਚੀਜ਼ਾਂ ਜਿੱਥੇ ਬਹੁਤ ਤੁਹਾਨੂੰ ਆਪਣੇ ਆਪ ਤੇ ਬਾਅਦ 'ਚ ਹੈਰਾਨੀ ਹੁੰਦੀ ਹੋਵੇ ਵੀ ਇਹ ਹਾਲਾਤ ਬੜੇ ਔਖੇ ਸੀ, ਇਹ ਜਗ੍ਹਾਵਾਂ ਬੜੀਆਂ ਚੁਣੌਤੀਪੂਰਨ ਸੀ, ਮੈਂ ਮਤਲਬ ਉੱਥੇ ਜਿਹੜੀਆਂ ਸੇਵਾਵਾਂ ਨਿਭਾਈਆਂ, ਉਹ ਕੀ ਯਾਦ ਆਉਂਦਾ ਜਦੋਂ ਬੈਠ ਕੇ ਯਾਦ ਕਰਦੇ ਆ ਕਿ ਕਿਹੜੀ ਜਗ੍ਹਾ ਦੇ ਉੱਤੇ ਸਭ ਤੋਂ ਜ਼ਿਆਦਾ ਚੁਣੌਤੀਪੂਰਨ ਤੁਸੀਂ ਰਹੇ ਔਰ ਕੰਮ ਕੀਤਾ? ਰਮਨ ਜੀ, ਮੈਂ ਤੁਹਾਨੂੰ ਦੱਸਦਾ ਜੀ ਕਿ ਮੇਰੇ ਮਾਈਂਡ ਵਿੱਚ, ਮੈਂ ਦੇਖੋ ਮੇਰੀ ਹੁਣ 41 ਸਾਲ ਦੀ ਸਰਵਿਸ ਹੋ ਗਈ ਹੈ ਜੀ, 41 ਈਅਰ ਆਫ ਸਰਵਿਸ। ਮੈਨੂੰ ਕੋਈ ਵੀ ਪਿਛਲਾ ਜੀ प्राइमरी से लेके ਅੱਜ ਤੱਕ ਕੋਈ क्षण मैं कितने गुजारिया वो मेरे कंप्यूटर 'ਚ हमेशा ही रहता। और पता नहीं की गल है जी, मेरे जो बॉस ਹੁੰਦੇ ਸੀ ਉਹ ਮੇਰੀ ACR ਜਦੋਂ ਲਿਖਦੇ ਹੁੰਦੇ ਸੀ ਜੀ, ਕਹਿੰਦੇ ਸੁਖਰਾਜ दाई नेम ऑफ कंप्यूटर, है ना, सुखराज कंप्यूटर ਦਾ ਨਾਮ, ਇਹ ਮੇਰੇ ਬੌਸ ਲਿਖਦੇ ਹੁੰਦੇ ਸੀ। तो ਮੇਰੇ ਉਹ ਜਹਨ 'ਚ ਬੜੀਆਂ ਚੀਜ਼ਾਂ ਹੈ ਜੀ, ਜਿਸ ਤਰ੍ਹਾਂ ਮੈਂ ਹੁਣ ਆਟੋਬਾਇਓਗ੍ਰਾਫੀ ਮੇਰੀ ਆ ਰਹੀ ਆ ਜੀ, ਉਹਦੇ ਵਿੱਚ ਮੈਂ ਬਸਤਰ ਦੇ ਕਈ ਇਨਸੀਡੈਂਟਾਂ ਦਾ ਜ਼ਿਕਰ ਕੀਤਾ ਹੈ। ਜੋ ਮਤਲਬ ਤੁਹਾਡਾ ਕਹਿਣ ਦਾ ਮਤਲਬ ਜਦੋਂ ਚੀਜ਼ਾਂ ਯਾਦ ਕਰਦੇ ਆ ਤੇ ਬਸਤਰ ਸਭ ਤੋਂ ਪਹਿਲਾਂ ਯਾਦ ਆ ਜਾਂਦਾ ਹੈ। ਬਸਤਰ ਇਸ ਲਈ ਯਾਦ ਆ ਜਾਂਦਾ ਹੈ ਜੀ ਕਿ ਬਸਤਰ ਵਿੱਚ ਭੋਲੇ ਭਾਲੇ ਜੋ ਟ੍ਰਾਈਬਲ ਆ ਨਾ, ਉਹਨਾਂ ਦਾ ਤੁਸੀਂ ਚਿਹਰਾ ਦੇਖੋਗੇ ਨਾ ਜੀ, ਤੁਹਾਨੂੰ ਮੇਰੇ ਖਿਆਲ ਖੁਦਾ ਹੀ ਨਜ਼ਰ ਆਏਗਾ। ਇਦਾਂ ਦਾ ਬਸਤਰ ਆ, ਇੰਨਾ ਸੁੰਦਰ ਹੈ ਕਿ ਲੰਬੇ ਲੰਬੇ ਪੇੜ ਔਰ ਖੁਰਸੈਲ ਵੈਲੀ, ਔਰ ਤੁਸੀਂ ਦੇਖੋਗੇ ਕਿ ਇੰਨੀ ਵਧੀਆ, ਕਿਤੇ ਵੀ ਚਲੇ ਜਾਓ ਫਰੈਸ਼ ਆਕਸੀਜਨ, ਹਰ ਚੀਜ਼, ਕੋਈ ਧੋਖਾਧੜੀ ਨਹੀਂ, ਕੋਈ ਕਿਸੇ ਦੇ ਨਾਲ ਛਲ। ਜਿੰਨੀ ਸੋਹਣੀ ਜਗ੍ਹਾ ਉਨੀ ਚੁਣੌਤੀਪੂਰਨ ਤੁਹਾਡੀ ਉੱਥੇ ਜੌਬ ਵੀ ਰਹੀ ਆ, ਕਿਉਂਕਿ ਤੁਸੀਂ ਗਾਉਂਦੇ ਵੀ ਹੋ, ਸੁਖਮ ਕਲਾ ਨਾਲ ਵੀ ਜੁੜੇ ਹੋਏ ਹੋ, ਤੇ ਸਾਡੇ ਦੂਰਦਰਸ਼ਨ ਦੇ ਕੋਲੇ ਵੀ ਬਹੁਤ ਕੀਮਤੀ ਪਟਾਰਾ ਹੈਗਾ ਜਿਹਦੇ ਵਿੱਚੋਂ ਅਸੀਂ ਗਾਣੇ ਵੀ ਜ਼ਰੂਰ ਸੁਣਾਉਂਦੇ ਹਾਂ। ਸੋ ਪ੍ਰੋਗਰਾਮ ਗੱਲਾਂ ਤੇ ਗੀਤ ਆ, ਅਸੀਂ ਤੁਹਾਡੀ ਜ਼ਿੰਦਗੀ ਬਾਰੇ ਹੋਰ ਗੱਲਾਂ ਬਾਤਾਂ ਕਰਾਂਗੇ। ਉਸ ਤੋਂ ਪਹਿਲਾਂ ਸੁਣਦੇ ਹਾਂ ਗੀਤ, ਮਿਲਦੇ ਹਾਂ ਗੀਤ ਦੇ ਇਸ ਬਾਰ। ਕੈਨੇਡਾ ਚਾਹੀ ਊਕੇ ਅਮਰੀਕਾ, ਪਿਆਰ ਦਾ ਮੈਂ ਦੱਸ ਦੇਵਾਂ ਤੈਨੂੰ ਇਹ ਤਰੀਕਾ। ਹੋ ਘੁੰਮ ਲੈ ਕੈਨੇਡਾ ਚਾਹੀ ਊਕੇ ਅਮਰੀਕਾ, ਪਿਆਰ ਦਾ ਮੈਂ ਦੱਸ ਦੇਵਾਂ ਤੈਨੂੰ ਇਹ ਤਰੀਕਾ।
ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ ਤੇ ਅੱਜ ਅਸੀਂ ਇੱਕ ਬਹੁਤ ਪੱਕੀ ਸ਼ਖਸੀਅਤ ਦੇ ਨਾਲ ਗੱਲਬਾਤ ਕਰ ਰਹੇ ਹਾਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ 'ਚ ਔਰ ਉਹਨਾਂ ਦੀ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੁਝ ਕੀਤਾ ਉਹਦੇ ਬਾਰੇ 'ਚ ਤਾਂ ਕਿ ਅਸੀਂ ਵੀ ਪ੍ਰੇਰਨਾ ਲੈ ਕੇ ਕੁਝ ਸੋਹਣੀ ਜਿਹੜੀ ਆ ਮਿਸਾਲ ਸਿੱਟ ਸਕੀਏ। ਜੀ ਸਰ, ਅਸੀਂ ਤੁਹਾਡੀ ਜ਼ਿੰਦਗੀ ਦੇ ਬਾਰੇ 'ਚ ਗੱਲ ਕਰ ਰਹੇ ਸੀ, ਖਾਸ ਤੌਰ ਤੇ ਜਦੋਂ ਤੁਸੀਂ ਪ੍ਰਸ਼ਾਸਨਿਕ ਸੇਵਾਵਾਂ ਨਿਭਾਈਆਂ ਤੇ ਬਸਤਰ ਦਾ ਜ਼ਿਕਰ ਜਿਹੜਾ ਬਹੁਤ ਕਹਿ ਸਕਦੇ ਹਾਂ ਕਿ ਹਾਈਲਾਈਟਲੀ ਤੁਹਾਡੀ ਜ਼ੁਬਾਨ ਤੇ ਆਉਂਦਾ। ਕੋਈ ਖਾਸ ਜਿਹੜੀ ਆ ਕੋਈ ਘਟਨਾ ਯਾਦ ਆਉਂਦੀ ਹੋਵੇ ਕਿ ਉਹ ਬਹੁਤ ਚੁਣੌਤੀਪੂਰਨ ਸੀ ਔਰ ਤੁਹਾਡੇ ਚੇਤਿਆਂ 'ਚੋਂ ਅਜੇ ਤੱਕ ਨਹੀਂ ਨਿਕਲਦੀ ਔਰ ਜਦੋਂ ਵੀ ਬਸਤਰ ਯਾਦ ਆਉਂਦਾ ਸਭ ਤੋਂ ਉੱਪਰ ਉਹ ਯਾਦ ਆਉਂਦੀ ਹੈ? ਓਕੇ ਬਸਤਰ ਦਾ ਇੱਕ ਥਾਣਾ ਪੈਂਦਾ ਸੀ ਛੋਟੇ ਡੋਂਗਰ ਜੀ, ਅੰਦਰ ਬਿਲਕੁਲ ਫੋਰੈਸਟ ਬਹੁਤ ਆ ਉੱਥੇ ਜੀ। ਤੇ ਮੈਂ ਜਦੋਂ ਐਂਟੀ ਨੈਕਸਲਾਈਟ ਆਪਰੇਸ਼ਨ ਕਰਕੇ ਲੌਟ ਰਿਹਾ ਸੀ ਆ ਰਿਹਾ ਸੀਗਾ ਜੀ ਤੇ ਨੈਕਸਲਾਈਟਾਂ ਨੇ ਅੰਬੁਸ਼ ਕੀਤਾ ਮੈਨੂੰ। ਜੀ ਅੰਬੁਸ਼ ਮਤਲਬ ਕਿ ਉਹਨਾਂ ਨੇ ਮੈਨੂੰ ਗੱਡੀ ਮੇੜੀ ਉਲਾਉਣ ਲਈ, ਜੋ ਸਾਡੇ ਪੂਰੇ ਜਿੰਨਾ ਸਾਡੇ ਮੇਰੇ ਨਾਲ ਸੀਗੇ ਹੋਰ ਵੀ ਲੋਕ ਬਹੁਤ ਸੀਗੇ 100 ਦੇ, ਉਹਨਾਂ ਨੇ ਅੰਬੁਸ਼ ਕੀਤਾ। ਅੰਬੁਸ਼ ਤੇ ਫਿਰ ਜਦੋਂ ਅੰਬੁਸ਼ ਕਰਦੇ ਆ ਤਾਂ ਉਹਦਾ ਜਦੋਂ ਬਟਨ ਨੱਪਦੇ ਆ ਨਾ ਜੀ, ਫਿਰ ਬਲਾਸਟ ਹੁੰਦੀ ਗੱਡੀ ਉੱਤੇ ਜਾਂਦੀ ਆ। तो बटन ਜਦੋਂ ਦਬਾਉਣਾ ਸੀ जी तो उस दलम ਦਾ ਲੀਡਰ ਸੀਗਾ ਲਾਲ ਸਾਏ जी। ਲਾਲ ਸਾਏ ਵਰੰਗਲ ਜ਼ਿਲ੍ਹਾ ਪੜਤਾ ਹੈ ਆਪਣਾ ਆਂਧਰਾ ਪ੍ਰਦੇਸ਼ ਦਾ, ਉੱਥੇ ਦਾ ਰਹਿਣ ਵਾਲਾ ਸੀ ਜੀ। ਬਹੁਤ ਹੀ ਖੂੰਖਾਰ ਨੈਕਸਟ ਲਾਈਟ ਸੀ ਜੀ। ਉਹ ਲੜ ਪਿਆ ਗੈਂਗ ਨਾਲ, ਕਹਿੰਦਾ ਨਹੀਂ ਐਸਐਸਪੀ ਸਾਹਿਬ ਨੂੰ ਆਪਾਂ ਕੁਝ ਨਹੀਂ ਹੋਣ ਦੇਣਾ ਜੀ। ਤੇ ਗੈਂਗ ਨੇ ਬੋਲਾ ਕਿਉਂ? कहता यार यही एक आदमी है सरदार जी जो कभी झूठा एनकाउंटर नहीं करते, है ना? क्या बात है। कभी भी आदिवासियों को तंग नहीं किया। तो ये तो बाद मेरा कान बाहर निकल गया। फिर वो लाल साहे ने जाके बरंगल जाके सरेंडर किया। उत्थे बरंगल आंध्र प्रदेश च भी मेरा बैचमेट एसएसपी मिस्टर सुदीप लक्ट किया सीगा जी। तो जब ਉਹਦਾ ਇੰਟਰੋਗੇਸ਼ਨ ਕਰ ਰਹੇ ਸੀ तो ਉਹਨੇ ਫਿਰ ਇਹ ਗੱਲ ਦੱਸੀ ਕਿ ਸਰਦਾਰ ਜੀ ਆ ਬਹੁਤ ਇਮਾਨਦਾਰ ਹੈ, ਝੂਠਾ ਐਨਕਾਊਂਟਰ ਨਹੀਂ ਕਰਦੇ, ਕਦੀ ਆਦੀਵਾਸੀਆਂ ਨੂੰ ਤੰਗ ਨਹੀਂ ਕਰਦੇ, ਆਦੀਵਾਸੀਆਂ ਦੀ ਪ੍ਰੋਬਲਮ ਜਿੱਦਾਂ ਦੀ ਸਭ ਸੋਲਵ ਕਰਦੇ। ਤੇ ਉਹ ਸਾਡੇ ਫਸ ਗਿਆ ਸੀ ਅੰਬੁਸ਼ ਜੀ। ਉਹ ਤਾਂ ਕਮ ਸੇ ਕਮ 15-20 ਲੋਕ ਮਰ ਜਾਂਦੇ ਉਸ ਦਿਨ, ਪਰ ਮੈਂ ਕਿਹਾ ਨਹੀਂ। तो ये इंसीडेंट अज भी रिकॉर्ड है जी। ਹੁਣ ਮੈਂ ਤੁਹਾਡੀ ਕਿਉਂਕਿ ਜ਼ਿੰਦਗੀ ਦੇ ਰੰਗ ਕਿਤਾਬ ਸਾਡੇ ਸਾਹਮਣੇ ਪਈ ਹੈ ਤੇ ਉਹਦੇ ਨਾਲ ਸੰਬੰਧਿਤ ਕੁਝ ਹੋਰ ਚੀਜ਼ਾਂ ਵੀ ਜਾਨਣਾ ਚਾਹੁੰਦੀ ਹਾਂ। ਹੋਰ ਕਿਹੜੀਆਂ ਕਿਤਾਬਾਂ ਛਪ ਕੇ ਆ ਰਹੀਆਂ ਔਰ ਕਿਹੜੇ ਵਿਸ਼ਿਆਂ ਦੇ ਉੱਤੇ ਛਪ ਕੇ ਆ ਰਹੀਆਂ? ਕਿਉਂਕਿ ਖਾਸ ਤੌਰ ਤੇ ਜੇ ਰਾਗਾਂ ਦਾ ਜ਼ਿਕਰ ਕਰੀਏ ਤਾਂ ਤੁਹਾਨੂੰ ਰਾਗਾਂ ਦੀ ਕਾਫੀ ਜ਼ਿਆਦਾ ਸਮਝ ਆ। ਕਿਤਾਬਾਂ ਵੀ ਕੁਝ ਇਹਦੇ ਉੱਤੇ ਲਿਖ ਰਹੇ ਹੋ ਜਾਂ ਹੋਰ ਕਿਹੜੇ ਵਿਸ਼ਿਆਂ ਦੇ ਉੱਤੇ ਆ ਰਹੀਆਂ? ਦੇਖੋ ਰਮਨ ਜੀ, ਮੈਂ ਤੁਹਾਨੂੰ ਦੱਸਦਾ ਕਿ ਰਾਗਾਂ ਦੇ ਬਾਰੇ ਮੈਂ ਜ਼ਿਆਦਾ ਕਿਤੇ ਸਿੱਖਿਆ ਨਹੀਂ, पर मेरे जो ग्रैंडफादर साहब के फादर थे जी, सरदार गंगा सिंह जी, वो ब्रिटिश आर्मी च हवलदार मेजर थे जी। बड़े उच्चे लंबे सी, 6 फीट हाइट थी उनकी और गाँदे बहुत वधिया सी। फिर उन्होंने सैकेंड वर्ल्ड वार जो लड़ी जी अपने इंग्लैंड च गए, फिर बहुत अंग्रेजा ने बोलिया तुसीं रुक जाओ इत्थे, बड़ा वो भी मजमा जमा देंगे, वो कहता नहीं पिंड नहीं जाना, पिंड आ गए जी। वो बहुत वधिया कीर्तन करते। फिर साढ़े घर में ही अपने गुरु घर रहा जी, ते उदों पिंड च कई बार नहीं हुंदा, कह सकते हैं कि प्रेरणा ਜਿਹੜੀ ਹੈ ਉੱਥੋਂ ਮਿਲੀ ਹੈ ਲਿਖਣ ਦੀ ਵੀ ਤੇ ਗਾਉਣ। ਉਹ ਰਾਗਾ ਦੇ ਬਹੁਤ ਗਿਆਤਾ थे जी जी जी। ਉਹ ਹਰਮੰਦਰ ਸਾਹਿਬ ਜਾ ਕੇ ਕੀਰਤਨ ਕਰਦੇ ਸੀ ਸਰਦਾਰ ਗੰਗਾ ਸਿੰਘ ਜੀ ਜੀ। ਤੇ ਉਹ ਉਹਨਾਂ ਦੇ ਜੀਨਸ ਮੇਰੇ ਚ ਆਏ ਆ। ਵੈਸੇ ਮੈਂ ਫਿਰ ਤੁਹਾਨੂੰ ਦੱਸਦਾ ਆ, ਵੈਸੇ ਮੈਂ 8ਵੀਂ 'ਚ ਉਹ ਗਿਆਨੀ ਕਰਤਾਰ ਸਿੰਘ ਸਾਹਿਬ ਨੇ ਜੋ ਮੈਨੂੰ ਲੈ ਕੇ ਗਏ, ਉਹਨਾਂ ਨੇ ਸਾਨੂੰ ਹਾਰਮੋਨੀਅਮ ਤੇ ਥੋੜੇ ਬਹੁਤ ਰਾਗਾਂ ਦਾ ਬਤਾ ਦਿੱਤਾ ਸੀ ਜੀ ਜੀ ਕਿ ਧੰਨ ਸਵੇਲਾ ਦਰਸ਼ਨ ਕਰਨਾ, ਇੱਦਾਂ ਦੇ ਰਾਗ ਆਪਾਂ ਗਾਉਂਦੇ ਰਹਿੰਦੇ ਹੁੰਦੇ ਸੀ। ਤੇ ਇਹ ਹੌਲੀ ਹੌਲੀ ਫਿਰ ਮੈਂ ਇਹਨੂੰ ਡਿਵੈਲਪ ਕੀਤਾ ਜੀ। ਮੈਂ ਜਦੋਂ ਐਡੀਸ਼ਨਲ ਡੀਜੀ ਸਪੈਸ਼ਲ ਆਰਮਡ ਫੋਰਸ ਸੀਗਾ, ਮੇਰੇ ਪਾਸ 1000 ਲੋਕਾਂ ਦਾ ਬੈਂਡ ਸੀਗਾ। ਉਹਨਾਂ ਵਿੱਚੋਂ ਮੈਂ ਭੋਪਾਲ ਤਾਂ ਫਿਰ ਮੈਂ ਭੋਪਾਲ ਸੀਗਾ, ਭੋਪਾਲ 'ਚ ਤਾਂ ਇੱਕ ਤੋਂ ਵੱਧ ਇੱਕ ਕਲਾਕਾਰ ਆ ਉੱਥੇ ਬਿਲਕੁਲ। ਫਿਰ ਉਹਨਾਂ ਵਿੱਚ ਮੈਂ 3-4 ਲੋਕ ਐਸੇ ਛਾਂਟੇ ਜੋ ਕਲਾਸੀਕਲ ਜਾਣਦੇ ਸੀ ਜੀ। ਫਿਰ ਉਹਨਾਂ ਤੋਂ ਮੈਂ ਹਫ਼ਤੇ 'ਚ ਕਦੀ ਕਲਾਸ ਲੈਣੀ ਸ਼ੁਰੂ ਕੀਤੀ। ਕੀ ਬਾਤ ਹੈ। ਹਾਂਜੀ। ਤੇ ਹੁਣ ਮੈਂ ਤੁਹਾਡੀ ਕਿਰਪਾ ਨਾਲ ਕਿ ਇਹ ਹੈਂਡਬੁੱਕ ਆਫ ਕਲਾਸੀਕਲ ਰਾਗਾ ਜੀ ਸਿਰਫ 100 ਪੇਜ ਦੀ ਕਿਤਾਬ ਰਹੇਗੀ। ਅੱਜ ਤੱਕ ਮੈਂ ਜਿੰਨੀਆਂ ਕਲਾਸੀਕਲ ਰਾਗਾਂ ਦੇ ਉੱਤੇ ਕਿਤਾਬਾਂ ਦੇਖੀਆਂ ਆ,
ਉਹ ਕੋਈ 3000 ਰੁਪਏ ਦੀ ਹੈ, ਕੋਈ ਪੜ੍ਹਦਾ ਹੀ ਨਹੀਂ ਉਹਨਾਂ ਨੂੰ, ਵੱਡੀਆਂ ਬਹੁਤ ਵੱਡੀ, ਕੋਈ ਪੜ੍ਹ ਹੀ ਨਹੀਂ ਸਕਦਾ ਉਹਨਾਂ ਨੂੰ। ਜੀ ਮੈਂ ਸਿਰਫ 100 ਪੇਜ ਦੀ ਹਿੰਦੀ, ਪੰਜਾਬੀ ਐਂਡ ਅੰਗਰੇਜ਼ੀ ਵਿੱਚ ਮੇਰੇ 60 ਪੇਜ ਤਾਂ ਲਿਖ ਲਿਆ ਮੈਨੇ। ਜੀ ਤੇ ਮੈਂ ਇਹ ਜੋ ਹੈ ਇਹ ਕਿਤਾਬ ਦੀ ਸ਼ੁਰੂਆਤ ਕੀਤੀ ਆ ਆਪਣੇ ਸਿੰਧ ਘਾਟੀ ਦੀ ਸਭਿਅਤਾ ਤੇ, ਜੋ ਸਾਮ ਵੇਦ ਆ ਸਾਡਾ। ਜੀ ਸਾਮ ਵੇਦ ਵਿੱਚ ਇੱਕ ਐਸਾ ਵੇਦ ਆ, ਉਹਦੇ ਵਿੱਚ ਹੀ ਰਾਗ ਮੇਘ ਮਲਿਹਾਰ ਦਾ ਜ਼ਿਕਰ ਹੈ, ਜੋ ਬਰਸਾਤ ਦਾ ਰਾਗ ਹੈ। ਕਿ ਸਾਡੇ ਜੋ ਪੂਰਵਜ ਥੇ ਉਹਨਾਂ ਨੇ ਕਿੱਦਾਂ ਮਤਲਬ ਬਰਸਾਤ ਦੇ ਮੂਡ ਨੂੰ ਪਹਿਚਾਨਿਆ ਔਰ ਕਿੱਦਾਂ ਉਹਨੂੰ ਲੈਬੱਧ ਕੀਤਾ। ਤੇ ਮੈਂ ਉੱਥੋਂ ਸ਼ੁਰੂਆਤ ਆਪਣੀ ਕਿਤਾਬ ਦੀ ਕੀਤੀ ਆ, ਸ਼ਾਇਦ ਲੋਕਾਂ ਨੂੰ ਚੰਗੀ ਲੱਗੇਗੀ। ਹੋਰ ਜਿਹੜੀਆਂ ਕਿਹੜੀਆਂ ਕਿਤਾਬਾਂ ਇੱਕ ਮੇਰੀ ਕਿਤਾਬ ਆ ਰਹੀ ਆ ਆਰਟੀਆਈ ਦੇ ਉੱਤੇ, ਕਿਉਂਕਿ ਮੈਂ ਚੀਫ ਕਮਿਸ਼ਨਰ ਇਨਫੋਰਮੇਸ਼ਨ ਰਿਹਾ 5 ਸਾਲ। ਉਹ ਵੀ ਮੈਂ ਕਿਤਾਬ ਇਸ ਢੰਗ ਨਾਲ, ਉਹ ਵੀ ਮੈਂ ਪੰਜਾਬੀ ਤੇ ਹਿੰਦੀ ਚ ਲਿਖੂੰਗਾ, ਕਿਉਂਕਿ ਉਹ ਵੀ ਇੰਨੀ ਸਰਲ ਮੈਂ ਬਣਾ ਦਿੱਤੀ ਆ ਕਿ ਤੁਸੀਂ ਇਨਫੋਰਮੇਸ਼ਨ ਲੈਣੀ ਆ ਜੀ ਤੇ ਕਿਆ ਕਰਨਾ, ਬਸ ਇੱਕ ਪੇਜ ਵਿੱਚ ਮੈਂ ਬਣਾਤਾ ਕਿ ਇਹ ਕਰ ਲਓ, ਤੁਹਾਨੂੰ ਇਨਫੋਰਮੇਸ਼ਨ ਮਿਲ ਜਾਏਗੀ, ਕੋਈ ਭਟਕਣ ਦੀ ਜ਼ਰੂਰਤ ਨਹੀਂ ਕੀਤੀ। ਫਿਰ ਮੇਰੀ ਆਟੋਬਾਇਓਗ੍ਰਾਫੀ ਤੋਂ ਆਈ ਰਹੀ ਆ। ਇੱਕ ਮੇਰੀ ਹੁਣੇ ਕਿਤਾਬ, ਜਦੋਂ ਮੈਂ ਚੰਡੀਗੜ੍ਹ ਆਇਆ ਸੀਗਾ ਤਾਂ ਮੈਨੂੰ ਪਬਲਿਸ਼ਰ ਨੇ ਦੱਸਿਆ ਕਿ ਤੁਹਾਡੀ ਉਹ ਕਿਤਾਬ ਛਪ ਗਈ ਆ ਜੀ। ਉਹ ਹੈ ਰੇਤ ਦਾ ਜੰਗਲ। ਜੋ ਰੇਤ ਦਾ ਜੰਗਲ ਹੈ ਪਿਓਰਲੀ ਜੋ ਕਿਤਾਬ ਆ, ਇਹ ਕੋਰੋਨਾ ਜੋ ਪੀਰੀਅਡ ਸੈਕੰਡ ਫੇਜ਼ था ਜੀ ਜਦੋਂ ਤੁਸੀਂ ਦੁਨੀਆ ਵਿੱਚ ਹਾਹਾਕਾਰ ਮਚੀ ਹੋਈ ਸੀ, ਉਹਦੇ ਉੱਤੇ ਮੈਂ ਲਿਖਿਆ ਕਿੱਦਾਂ ਆਦਮੀ ਹੌਲੀ ਹੌਲੀ ਤਿਲ ਮਰਦਾ ਆ ਜੀ, ਕਿੱਦਾਂ ਆਕੜਾਂ ਕਰਦਾ ਆ, ਕਿੱਦਾਂ ਕੀ ਕਰਦਾ। ਉਹਦੇ ਵਿੱਚ ਮੈਂ ਬਹੁਤ ਆਦਮੀ ਦੀ ਇੱਕ ਸਾਈਕੋਲੋਜੀ ਨੂੰ ਮੈਂ ਬਹੁਤ ਹੀ ਇੱਕ ਅੱਛੇ ਢੰਗ ਨਾਲ ਉਲੀਕਿਆ ਹੈ ਆਦਮੀ ਦੇ ਬਾਰੇ। ਤੁਸੀਂ ਜ਼ਿਕਰ ਕੀਤਾ ਹੈ ਕਿ ਤੁਹਾਡੇ ਘਰ ਦੇ ਵਿੱਚ, ਕਿਉਂਕਿ ਤੁਹਾਡੇ ਬਜ਼ੁਰਗ ਦਾਦਾ ਪਾਪਾ ਹੈ ਨਾ, ਉਹ ਸਾਰੇ ਕਿਤੇ ਨਾ ਕਿਤੇ ਸੰਬੰਧਿਤ ਸੀ ਸੰਗੀਤ ਦੇ ਨਾਲ, ਕਿਵੇਂ ਵੀ ਨਾਤਾ ਰਵੇ, ਉਹ ਜਿਹੜੇ ਜੀਨਸ ਤੁਹਾਡੇ ਵਿੱਚ ਆਏ। ਬਟ ਬਹੁਤ ਸਾਰੇ ਲੇਖਕ ਰਾਈਟਰ ਜਾਂ ਜਿਹੜੇ ਸ਼ਾਇਰ ਹੋਣਗੇ ਜਿਨ੍ਹਾਂ ਦਾ ਤੁਹਾਡੇ ਮਨ 'ਤੇ ਅਸਰ ਹੋਵੇ, ਉਹਨਾਂ ਵਿੱਚੋਂ ਕੋਈ ਇੱਕ ਸ਼ਾਇਰ ਜਿਹੜਾ ਤੁਹਾਡੇ ਬਹੁਤ ਮਨ ਦੇ ਨੇੜੇ ਹੋਵੇ ਤੇ ਉਹਦੀ ਕੋਈ ਰਚਨਾ ਜਿਹੜੀ ਤੁਹਾਡੇ ਮਨ ਦੇ ਬਹੁਤ ਨੇੜੇ ਹੋਵੇ, ਉਹ ਵੀ ਸੁਣਾ ਦਿਓ। ਮੈਂ ਦੇਖੋ ਤੁਹਾਨੂੰ ਰਮਨ ਜੀ, ਮੇਰਾ ਜੋ ਮਹਿਬੂਬ ਸ਼ਾਇਰ ਹੈ ਜੀ ਉਹ शिव कुमार बटालवी है। मल अज भी ओदी जो संपूर्ण रचना है वो मेरे सराहने पड़ी पई रहती है। हाँ ते उन मैनू बड़ा प्रभावित किया। 71 की गल है, वो तो 2 साल बाद तो उन्होंने डेथ हो गई जी। 71 च असी भी बड़े उस टाइम भी 14-15 साल के सीगे ते साडे टांडे शिव कुमार बटालवी कवि दरबार च आया जी। मैनू बाकिया दे किसी नाल दे होर भी हजारा सिंह मुस्ताक भी थे, होर भी बड़े बड़े पोइट थे। तो जदों ये आया तो पिन ड्रॉप साइलेंस कम से कम 50,000 की भीड़। हाँ और इन्होंने फिर उत्थे शुरू किया जी। डिमांड आई एक कुड़ी। हाँ तो जदों उन्होंने गाया तो मैं कहा यार ये आदमी क्या है, तो चला फरिश्ता है। हाँ वो पोएम जिद्दां उन्होंने पढ़ी वो अज भी मेरे माइंड च, मैं अज भी उदा ही पढ़दा जिद्दां वो पढ़दे सी स्टेज ते। ਉਹ ਸੁਣਾ ਜ਼ਰੂਰ ਦਿਓ ਤੁਸੀਂ। हाँ मैं दो लाइनां हो जान। हाँ तो 2 लाइनां दी सुनाऊंगा जी। एक कुड़ी एक कुड़ी जिदा नाम मोहब्बत गुम है एक कुड़ी साद मुरादी सोनी फब्बत गुम है एक कुड़ी जिदा नाम मोहब्बत गुम है जी। गुम है। क्या बात है। ਤੁਸੀਂ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹਦੇ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ, ਔਰ
क्योंकि समा थोड़ा रह जा रहिंदा जा रहा। और मैं एक ज़रूरी सवाल जिहड़ा पुछना चाहुंदी हाँ, वर्तमान समय मुकाबले का दौर आ और बहुत जिंदगी जिहड़ी आ तेज़ हो चुकी आ। मापिਆਂ ਦੇ मन ਦੇ ਵਿੱਚ बड़ी इनसिक्योरिटी ਹੁੰਦੀ है कि साडा बच्चा किते पढ़ाई 'ਚ पिछे ना रह जाए, वो ज़्यादा पढ़े लिखे और पढ़ाई ਦੇ ਨਾਲ ही वो जिंदगी ਦੇ ਵਿੱਚ कुछ ਵੱਡੇ मुकाम ਤੇ पहुंच सकदा। कितना ਜ਼ਰੂਰੀ ਆ पढ़ना और कितना ਜ਼ਰੂਰੀ ਆ पढ़ाई ਦੇ ਨਾਲ दूजियां गतिविधियां, चाहे वो खेडां होण, चाहे वो कल्चर एक्टिविटीज़ होण, कितना ਜ਼ਰੂਰੀ ਇਹਨਾਂ ਦੇ ਵਿੱਚ पार्ट ਲੈਣਾ। कि पेरेंट्स ਨੂੰ सिर्फ ਤੇ सिर्फ परसेंटेज ਦੇ ਚੱਕਰ 'ਚ पढ़ाई थोपनी चाहिए बच्चे उत्ते, या इन्हां चीज़ां ਦਾ भी महत्व है? देखो रमन जी, हुण दिन ब दिन अज भी बहुत मुकाबला है, बहुत कंपटीशन है जी, पर मैं यही कह सकदा है कि देखो बच्चे नूं एक तां उहदे उत्ते थोपो ना जी, ਉਹਦੀ ਫਿਤਰਤ ਦੇਖੋ, ਇਹ ਬੱਚਾ ਕਿਸ ਫਿਤਰਤ ਦਾ ਹੈ ਔਰ ਉਹਨੂੰ ਖੇਲਣ ਦਿਓ, ਉਹਨੂੰ ਫਰੈਸ਼ ਆਕਸੀਜਨ ਲੈਣ ਦਿਓ, ਆਪਣੇ ਦੋਸਤਾਂ ਨਾਲ ਖੇਲਣ ਦਿਓ ਜੀ, ਫਿਰ ਉਹਨੂੰ ਹੌਲੀ ਹੌਲੀ ਉਸ ਫੀਲਡ 'ਚ ਮੋਲਡ ਕਰੋ ਕਿ ਬੇਟਾ ਤੂੰ ਕੀ ਬਣਨਾ ਚਾਹੁੰਦਾ ਹੈ, ਫਿਰ ਕੀ ਕਰਨਾ ਚਾਹੁੰਦਾ ਆ ਜੀ, ਹੈ ਨਾ। ਤੇ ਬਾਕੀ ਫਿਰ ਅਗਰ ਬੱਚੇ ਦੇ ਮਾਈਂਡ 'ਚ ਇਹ ਚੀਜ਼ ਆ ਜਾਏ ਕਿ ਮੈਂ ਇਹ ਕਰਨਾ ਹੈ जी, ਫਿਰ ਉੱਥੋਂ ਉਹਦਾ ਥੋੜਾ ਥੋੜਾ, ਜ਼ਿਆਦਾ ਨਹੀਂ, ਥੋੜਾ ਥੋੜਾ 14-15 ਸਾਲ ਤੱਕ ਉਹਨੂੰ ਕੋਚ ਕਰੋ जी, ਔਰ ਜਿੱਦਾਂ ਅਗਰ ਆਰਮੀ 'ਚ ਚਾਹੁੰਦਾ ਹੈ, ਚੰਗੇ ਜੋ ਸ਼ੂਰਵੀਰ ਆਪਣੇ ਆ ਵਿਕਰਮ ਸਿੰਘ ਵਰਗੇ ਜਾਂ ਕਈ ਜਨਰਲ ਹੈ ਆਪਣੇ, ਉਹਨਾਂ ਦੇ ਬਾਰੇ ਬਤਾਇਆ ਜਾਵੇ। ਅਗਰ ਜੀ। ਪੁਲਿਸ 'ਚ ਆਉਣਾ ਚਾਹੁੰਦਾ, ਪੁਲਿਸ ਦੇ ਬਾਰੇ ਬਤਾਇਆ ਜਾਵੇ। ਤਾਂ ਇੱਕ ਬੱਚੇ ਦੀ ਸਾਈਕੋਲੋਜੀ ਬਣ ਜਾਂਦੀ ਹੈ। जी, एक तो मोबाइल तो हट जाएगा, कंप्यूटर तो हट जाएगा, फ्रेश ऑक्सीजन लेना कर देगा, फिर कोई कल्चरल एक्टिविटी उनको भी गा के भी दस ये करो। जी। तो हौली हौली करके ਜਦੋਂ ਬੱਚਾ ਮੋਲਡ ਹੋ ਗਿਆ, ਫਿਰ ਤਾਂ ਬੱਚੇ ਨੂੰ ਜਦ ਇੱਕ ਨਸ਼ਾ, ਇੱਕ ਖੁਮਾਰੀ, ਇੱਕ ਮਸਤੀ ਜਦੋਂ ਆ ਗਈ, ਫਿਰ ਤਾਂ ਆਪਣੇ ਆਪ ਹੀ ਉਹ ਚੱਲੇਗਾ। ਫਿਰ ਤਾਂ ਪੇਰੈਂਟਸ ਦੀ ਕੋਈ ਤੁਹਾਡੇ ਕਹਿਣ ਦਾ ਇਹ ਮਤਲਬ ਹੈ ਕਿ ਬੱਚੇ ਦੇ ਉੱਤੇ ਥੋਪਣ ਦੀ ਬਜਾਏ ਸਮਾਂ ਰਹਿੰਦੇ ਉਹਨੂੰ ਗਾਈਡ ਜ਼ਰੂਰ ਕਰਨਾ ਚਾਹੀਦਾ। ਔਰ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਇੰਨਾ ਕੀਮਤੀ ਸਮਾਂ ਕੱਢਿਆ, ਉਹਦੇ ਲਈ ਬਹੁਤ-ਬਹੁਤ ਸ਼ੁਕਰੀਆ, ਧੰਨਵਾਦ ਦੂਰਦਰਸ਼ਨ ਦੇ ਵਿਹੜੇ ਦੇ ਵਿੱਚ ਆਉਣ ਦੇ ਲਈ। ਔਰ ਦਰਸ਼ਕਾਂ ਨੂੰ ਮੈਂ ਜ਼ਰੂਰ ਇਹ ਕਹਿਣਾ ਚਾਹੂੰਗੀ ਕਿ ਇਦਾਂ ਦੀਆਂ ਸ਼ਖਸੀਅਤਾਂ ਜਦੋਂ ਸਾਡੇ ਨਾਲ ਆ ਕੇ ਗੱਲਬਾਤ ਕਰਦੀਆਂ ਨੇ, ਰੂਬਰੂ ਹੁੰਦੀਆਂ ਨੇ, ਤੇ ਇਹ ਚੀਜ਼ ਜ਼ਰੂਰ ਸਿੱਖਣ ਨੂੰ ਮਿਲਦੀ ਹੈ कि पढ़ाई बहुत ज़रूरी है, पर यह भी ज़रूरी है कि तुहाडा बच्चा ग्राउंड दे विच जाके खेडे, ऑक्सीजन लवे, अपनी सेहत नूं तंदुरुस्त रखे, क्योंकि तंदुरुस्त सेहत दे विच ही जिहड़ा वधिया जिहड़ा मन वो निवास करदा है। सो इदां दे होर प्रोग्राम लैके हमेशा हाज़र हुंदे रहांगे। अज दे गल्लां दे गीते प्रोग्राम विच इन्ना ही, फिलहाल दिओ इजाज़त, शुक्रिया। पंजाबियां दी सरदारी बनी रहे, रब करके पंजाबियां दी सरदारी बनी रहे।